ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ ਹਨ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜਾਪ ਹੋਏ ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਾਰਿਆਂ ਤੋਂ ਆਪ ਜੀ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਵੇਲੇ ਜੋ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਗੁਰੂ ਘਰ ਦੀ ਮਰਿਆਦਾ ਅਨੁਸਾਰ ਕੁਝ ਸਮੇਂ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਸ੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਕਿਉਂਕਿ ਜੋ ਹੁਕਮਨਾਮਾ ਹੈ ਸਾਧ ਸੰਗਤ, ਇਹ ਹਰੇਕ ਗੁਰੂ ਕੇ ਸਿੱਖ ਦੇ ਜੀਵਨ ਵਾਸਤੇ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਬਹੁਤ ਸਾਰੇ ਸਿੱਖਾਂ ਦਾ ਸੁਭਾਅ ਹੁੰਦਾ ਭਈ ਕੋਈ ਕਾਰਜ ਸ਼ੁਰੂ ਕਰਨਾ ਤੇ ਉਹਦੇ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮਨਾਮਾ ਲੈ ਲਿਆ ਜਾਏ, ਪਤਾ ਲੱਗ ਜਾਏ ਸੱਚੇ ਪਾਤਸ਼ਾਹ ਜੀ ਦੀ ਇਸ ਕੰਮ ਨੂੰ ਕਰਨ ਦੀ ਆਗਿਆ ਹੈ ਕਿ ਨਹੀਂ। ਪਰ ਇਹ ਸਾਰਾ ਕੁਝ ਸਾਧ ਸੰਗਤ ਜੀ ਆਪੋ ਆਪਣੀ ਭਾਵਨਾ ਅਨੁਸਾਰ ਹੈ। ਕਿਸੇ ਦੀ ਭਾਵਨਾ ਇਸ ਗੱਲ ਵਿੱਚ ਹੈ, ਕਿਸੇ ਦੀ ਨਹੀਂ। ਜਿਨ੍ਹਾਂ ਦੀ ਭਾਵਨਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਬੇਨਤੀ ਕੀਤੀ। ਫਿਰ ਜੋ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਾਪਤ ਹੋਇਆ, ਉਸ ਹੁਕਮਨਾਮੇ ਅਨੁਸਾਰ ਸਾਧ ਸੰਗਤ ਜੀ ਉਹਨਾਂ ਨੇ ਆਪਣਾ ਜਦੋਂ ਸਮਾਂ ਬਤੀਤ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਸਾਧ ਸੰਗਤ ਜੀ ਉਹਨਾਂ ਦੀ ਬਾਂਹ ਫੜੀ, ਉਹਨਾਂ ਉੱਤੇ ਕਿਰਪਾ ਕੀਤੀ। ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਭਾਵੇਂ ਸਾਧ ਸੰਗਤ ਇਹਦੇ ਸੰਬੰਧ ਵਿੱਚ ਹਨ, ਪਰ ਇੱਕ ਦੋ ਜਿਹੜੀਆਂ ਮੁੱਖ ਕਰਕੇ ਸਿੱਖ ਪੰਥ ਵਿੱਚ ਪ੍ਰਚਲਿਤ ਹਨ। ਜਿਵੇਂ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਾਧ ਸੰਗਤ ਜੀ ਕਹਿੰਦੇ ਅਰਦਾਸ ਕਰਤ ਕੀਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਨਮੁਖ ਹਾਜ਼ਰ ਨਾਜ਼ਰ ਜਾਣ ਕੇ, ਤੇ ਕਹਿੰਦੇ ਅਟਕ ਦਰਿਆ ਨੇ ਉਸ ਵੇਲੇ ਸਾਧ ਸੰਗਤ ਜੀ ਰਸਤਾ ਦੇ ਦਿੱਤਾ ਸੀ। ਪਰ ਅਰਦਾਸ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਹੀਂ ਸੀ ਕੀਤੀ, ਉਹ ਸਾਧ ਸੰਗਤ ਜੀ ਬਾਬਾ ਵੀਰ ਸਿੰਘ ਜੀ ਦਰੰਗਾਬਾਦੀ ਨੇ ਅਰਦਾਸ ਕੀਤੀ ਸੀ। ਰਣਜੀਤ ਸਿੰਘ ਮਹਾਰਾਜਾ ਕੋਲ ਸੀ, ਪਰ ਅਰਦਾਸ ਉਹਨਾਂ ਮਹਾਂਪੁਰਸ਼ਾਂ ਨੇ ਕੀਤੀ। ਦਰਿਆ ਨੇ ਸਾਧ ਸੰਗਤ ਜੀ ਵਾਕਿਆ ਹੀ ਰਸਤਾ ਦੇ ਦਿੱਤਾ। ਕਦੇ ਅਰਦਾਸ ਕੀਤੀ ਸੀ ਸਾਧ ਸੰਗਤ ਜੀ ਭਾਈ ਲਛਮਣ ਸਿੰਘ ਧਾਰੋਵਾਲੀ ਨੇ ਨਨਕਾਣਾ ਸਾਹਿਬ ਦੇ ਵਿੱਚ ਮਹੰਤਾਂ ਦੀ ਗੁੰਡਾਗਰਦੀ ਖਤਮ ਕਰਵਾਉਣ ਵਾਸਤੇ, ਮਹਾਰਾਜ ਜੀ ਦੇ ਸਾਧ ਸੰਗਤ ਜੀ ਇਸ ਜਨਮ ਸਥਾਨ ਦੀ ਪਵਿੱਤਰਤਾ ਨੂੰ ਬਹਾਲ ਕਰਨ ਵਾਸਤੇ ਉਹਨੇ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕੀਤੀ। ਫਿਰ ਹੁਕਮਨਾਮਾ ਲਿਆ ਸੀ, ਮਹਾਰਾਜ ਕੀ ਕਰੀਏ, ਤੁਸੀਂ ਕਿਰਪਾ ਕਰਕੇ ਅਗਵਾਈ ਕਰੋ, ਦੱਸੋ ਭਈ ਸਾਨੂੰ ਜਾਣਾ ਚਾਹੀਦਾ ਨਨਕਾਣਾ ਸਾਹਿਬ ਕਿ ਨਹੀਂ ਜਾਣਾ ਚਾਹੀਦਾ ਆਜ਼ਾਦ ਕਰਵਾਉਣ ਵਾਸਤੇ ਤੁਹਾਡੇ ਪਵਿੱਤਰ ਸਥਾਨ ਨੂੰ। ਤੇ ਅਰਦਾਸ ਤੋਂ ਬਾਅਦ ਸਾਧ ਸੰਗਤ ਦੀ ਹੁਕਮਨਾਮਾ ਆਇਆ ਸੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿੱਚ ਆਈ। ਇਹਦੇ ਵਿੱਚ ਹੀ ਅੱਗੇ ਚੱਲ ਕੇ ਪੰਕਤੀਆਂ ਆਈਆਂ ਸਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੇ ਭਾਈ ਲਛਮਣ ਸਿੰਘ ਨੇ ਆਖਿਆ ਸੀ, ਠੀਕ ਆ ਮਹਾਰਾਜ, ਮੈਂ ਤੁਹਾਡਾ ਹੁਕਮ ਸਮਝ ਗਿਆ ਭਈ ਅੱਗ ਵਿੱਚ ਆਪਣਾ ਆਪ ਸੜਵਾਉਣਾ ਪੈ ਸਕਦਾ, ਸਰੀਰ ਦੇ ਟੋਟੇ ਕਰਵਾਉਣੇ ਪੈ ਸਕਦੇ ਆ, ਮੈਨੂੰ ਮਨਜ਼ੂਰ ਆ। ਹੁਕਮ ਤੁਸੀਂ ਦੇ ਦਿੱਤਾ, ਮੈਨੂੰ ਬਿਲਕੁਲ ਸਿਰ ਮੱਥੇ ਤੇ। ਮਹਾਰਾਜ ਮੇਰਾ ਤਨ ਭਾਵੇਂ ਅੱਗ ਵਿੱਚ ਸੜ ਜਾਵੇ, ਮੈਂ ਤੇ ਮੇਰੇ ਨਾਲ ਦੇ ਸਾਥੀਆਂ ਦੇ ਸਰੀਰ ਦੇ ਭਾਵੇਂ ਟੁਕੜੇ ਹੋ ਜਾਣ, ਪਰ ਤੁਹਾਡਾ ਧਰਮ ਸਥਾਨ, ਤੁਹਾਡਾ ਜਨਮ ਸਥਾਨ, ਤੁਹਾਡੀ ਪਵਿੱਤਰ ਜਗ੍ਹਾ ਜ਼ਰੂਰ ਹੀ ਆਜ਼ਾਦ ਹੋਣੀ ਚਾਹੀਦੀ ਹੈ। ਸਰੀਰ ਲੇਖੇ ਲੱਗ ਜਾਵੇ, ਪਰ ਉਸ ਲੇਖੇ ਲੱਗੇ ਸਰੀਰ ਦੀ ਇੰਨੀ ਕੁ ਸੇਵਾ ਪ੍ਰਵਾਨ ਕਰ ਲਿਓ ਭਈ ਆਜ਼ਾਦ ਹੋ ਜਾਵੇ ਤੁਹਾਡਾ ਘਰ। ਤੇ ਸਾਧ ਸੰਗਤ ਜੀ ਉਹ ਹੁਕਮਨਾਮਾ ਹੀ ਸੀ ਜਿਹੜਾ ਸੁਣ ਕੇ ਭਾਈ ਲਛਮਣ ਸਿੰਘ ਜੀ ਤੁਰੇ। ਭਾਵੇਂ ਉਹਨਾਂ ਨੂੰ ਰੋਕਣ ਦਾ ਵੀ ਫਿਰ ਯਤਨ ਕੀਤਾ, ਕਿਉਂਕਿ ਕਰਤਾਰ ਸਿੰਘ ਝੱਬਰ ਹੋਰਾਂ ਨੇ ਆਖਿਆ ਵੀ ਅਗਲੇ ਬੰਨੇ ਮਹੰਤ ਨੇ ਤਿਆਰੀ ਕੀਤੀ ਆ, ਸਰਕਾਰ ਉਹਦੇ ਨਾਲ ਰਲ ਗਈ ਆ, ਉਹਨੇ ਗੁੰਡੇ ਲਿਆਂਦੇ ਨੇ, ਉੱਥੇ ਹਥਿਆਰ ਇਕੱਠੇ ਕੀਤੇ, ਨੁਕਸਾਨ ਹੋਵੇਗਾ। ਭਾਈ ਲਛਮਣ ਸਿੰਘ ਨੂੰ ਰੋਕਣ ਵਾਸਤੇ ਬੰਦੇ ਵੀ ਭੇਜੇ, ਪਰ ਸਾਧ ਸੰਗਤ ਉਹਨੇ ਆਖਿਆ ਵੀ ਮੈਂ ਹੁਣ ਅਰਦਾਸ ਕਰ ਲਈ। ਮੈਂ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ ਤੇ ਹੁਕਮਨਾਮੇ 'ਚ ਮਹਾਰਾਜ ਨੇ ਹੁਕਮ ਕੀਤਾ ਵੀ ਤੂੰ ਜਾ, ਸਰੀਰ ਤਾਂ ਲੇਖੇ ਲੱਗੇਗਾ ਪਰ ਇਹ ਲੇਖੇ ਲੱਗਣ ਤੋਂ ਬਾਅਦ ਹੀ ਆਜ਼ਾਦ ਹੋਣਾ, ਉਵੇਂ ਨਹੀਂ। ਇਸ ਕਰਕੇ ਹੁਣ ਮੈਂ ਵਾਪਸ ਨਹੀਂ ਮੁੜਨਾ। ਫਿਰ ਉਹਨੂੰ ਮੁੜਨ ਦਾ ਯਤਨ ਕੀਤਾ, ਆਖਿਆ ਨਹੀਂ ਰਹੋ, ਨੁਕਸਾਨ ਬਹੁਤ ਹੋਵੇਗਾ, ਕਿਉਂਕਿ ਦੂਜਾ ਜਥਾ ਰੁਕ ਗਿਆ, ਇਸ ਕਰਕੇ ਦੂਜੇ ਜਥੇ ਦਾ ਹੀ ਇਹ ਮਤਾ ਵੀ ਤੈਨੂੰ ਵੀ ਰੋਕਿਆ ਜਾਵੇ। ਪਰ ਸਾਧ ਸੰਗਤ ਜੀ ਉਹ ਕਹਿੰਦਾ ਚਲੋ ਠੀਕ ਹੈ, ਇੱਧਰ ਵੀ ਪੰਥ ਦਾ ਹੁਕਮ ਹੈ, ਉੱਧਰ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਆਮ ਕਰਦੇ ਇੱਕ ਵਾਰੀ ਫੇਰ ਅਰਦਾਸ ਕਰ ਲੈਂਦੇ। ਹੁਣ ਮਹਾਰਾਜ ਨੂੰ ਪੁੱਛ ਲੈਂਦੇ ਵੀ ਜਾਈਏ ਕਿ ਨਾ ਜਾਈਏ।
ਉੱਥੇ ਸਾਧ ਸੰਗਤ ਜੀ ਫੇਰ ਇੱਕ ਵਾਰੀ ਰਸਤੇ ਵਿੱਚ ਛੋਟਾ ਜਿਹਾ ਪਿੰਡ ਸੀ ਦੇਵਾ ਸਿੰਘ ਵਾਲਾ, ਉੱਥੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ, ਫੇਰ ਉਹੀ ਸਾਧ ਸੰਗਤ ਦੀ ਮੁੱਖ ਵਾਕ ਆ ਗਿਆ ਜਿਹੜਾ ਪਹਿਲਾਂ ਅਰਦਾਸ ਵੇਲੇ ਆਇਆ ਸੀ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਫਿਰ ਭਾਈ ਲਛਮਣ ਸਿੰਘ ਨੇ ਆਖਿਆ ਵੀ ਹੁਣ ਨਹੀਂ ਰੁਕਾਂਗੇ, ਮੈਂ ਤੇ ਪਹਿਲਾਂ ਬੇਨਤੀ ਕੀਤੀ ਸੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਹੁਣ ਸਰੀਰ ਤੇ ਲੇਖੇ ਲੱਗੇਗਾ ਪਰ ਨਨਕਾਣਾ ਸਾਹਿਬ ਆਜ਼ਾਦ ਕਰਵਾਉਣਾ। ਫਿਰ ਦੂਸਰੇ ਹੁਕਮਨਾਮੇ ਕਰਕੇ ਸਾਧ ਸੰਗਤ ਜੀ ਉਹ ਚਲੇ ਗਿਆ। ਉਦਾਂ ਹੀ ਹੋਈ ਜਿਵੇਂ ਮਹਾਰਾਜ ਨੇ ਆਖਿਆ ਸੀ। ਬਹੁਤ ਸਾਧ ਸੰਗਤ ਜੀ ਉੱਥੇ ਵੱਢ ਟੁੱਕ ਕੀਤੀ ਗਈ, ਕਿੰਨੇ ਸਿੰਘ ਉੱਥੇ ਸ਼ਹੀਦ ਹੋਏ। ਭਾਈ ਲਛਮਣ ਸਿੰਘ ਜੀ ਨੂੰ ਜਿਉਂਦਿਆਂ ਨੂੰ ਜੰਡ ਨਾਲ ਬੰਨ ਕੇ ਸਾਧ ਸੰਗਤ ਜੀ ਸਾੜ ਦਿੱਤਾ ਗਿਆ, ਪਰ ਨਨਕਾਣਾ ਸਾਹਿਬ ਮਹੰਤ ਦੇ ਕਬਜ਼ੇ ਵਿੱਚੋਂ ਨਿਕਲ ਆਇਆ। ਹੁਕਮਨਾਮਾ ਸੀ ਇੱਕ ਉਹ ਵੀ ਹੁਕਮਨਾਮਾ ਸੀ ਜਦੋਂ ਸਾਧ ਸੰਗਤ ਜੀ ਕਸੂਰ ਦੇ ਪੰਡਤ ਨੇ ਆਣ ਕੇ ਅਕਾਲ ਤਖਤ ਸਾਹਿਬ ਦੇ ਜੁੜੇ ਹੋਏ ਸਿੱਖਾਂ ਅੱਗੇ ਬੇਨਤੀ ਕੀਤੀ ਸੀ ਵੀ ਗੁਰੂ ਕੇ ਸੂਰਮਿਓ, ਮੇਰੀ ਪਤਨੀ ਖੋ ਕੇ ਕਸੂਰ ਦਾ ਹਾਕਮ ਲੈ ਗਿਆ ਤੇ ਹੁਣ ਤੁਹਾਡੇ ਤੋਂ ਬਿਨਾਂ ਕੋਈ ਵਾਪਸ ਨਹੀਂ ਦਵਾ ਸਕਦਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਮੇਰੀ ਮਦਦ ਕਰੋ। ਸਿੰਘਾਂ ਨੇ ਆਪੋ ਚੋਂ ਦੀ ਮਤਾ ਕੀਤਾ, ਦੋ ਜਥੇ ਬਣ ਗਏ। ਅੱਧੇ ਕਹਿਣ ਭਈ ਆਪਾਂ ਨੂੰ ਜਾਣਾ ਚਾਹੀਦਾ ਕਿਉਂਕਿ ਇਹਨੇ ਹੁਣ ਆਣ ਕੇ ਬੇਨਤੀ ਕੀਤੀ ਆ, ਖਾਲਸੇ ਦੀ ਸ਼ਰਨ ਵਿੱਚ ਆਇਆ, ਜੋ ਹੋਊ ਦੇਖੀ ਜਾਊ। ਅੱਧਿਆਂ ਦਾ ਮਤਾ ਇਹ ਸੀ ਵੀ ਨਹੀਂ, ਉਹਦੇ ਕੋਲੇ ਫੌਜ ਜ਼ਿਆਦੀ ਆ, ਉਹਦੇ ਕੋਲੇ ਛੋਟੇ ਛੋਟੇ 12 ਕਿਲੇ ਵੀ ਨੇ, ਉਹਦੇ ਕੋਲੇ ਤੋਪਾਂ ਹਨ, ਆਪਾਂ ਥੋੜੇ ਆ, ਪਹਿਲਾਂ ਆਪਾਂ ਜਥਾ ਵੱਡਾ ਇਕੱਠਾ ਕਰਕੇ ਫਿਰ ਚੱਲਾਂਗੇ। ਇਉਂ ਸਾਧ ਸੰਗਤ ਜੀ ਇੱਕ ਮਤ ਨਾ ਹੋਇਆ ਗਿਆ ਤੇ ਫਿਰ ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ ਵੀ ਆਪਾਂ ਨੂੰ ਇਉਂ ਆਪੋ ਵਿੱਚ ਦੀਨੀ ਬਹਿਸ ਕਰਨੀ ਚਾਹੀਦੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਨੇ ਤੇ ਫਿਰ ਮਹਾਰਾਜ ਨੂੰ ਅਰਦਾਸ ਕਰਕੇ ਪੁੱਛਦੀ ਆ ਵੀ ਅਸੀਂ ਜਾਈਏ ਕਿ ਨਾ ਜਾਈਏ। ਅਕਾਲ ਤਖਤ ਸਾਹਿਬ ਦੇ ਸਾਧ ਸੰਗਤ ਜੀ ਇਹ ਪੰਥ ਦਾ ਇਕੱਠ ਹੋਇਆ ਸੀ, ਉਸੇ ਵੇਲੇ ਅਰਦਾਸ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ। ਮਹਾਰਾਜ ਇਹਨੇ ਪੰਡਤ ਨੇ ਆਣ ਕੇ ਹੁਣ ਫਰਿਆਦ ਕੀਤੀ ਹੈ, ਸਾਨੂੰ ਜਾਣਾ ਚਾਹੀਦਾ ਕਸੂਰ ਕਿ ਨਹੀਂ ਜਾਣਾ ਚਾਹੀਦਾ, ਤੁਸੀਂ ਕਿਰਪਾ ਕਰਕੇ ਹੁਕਮ ਬਖਸ਼ੋ ਵੀ ਤੁਹਾਡਾ ਕੀ ਹੁਕਮ ਹੈ। ਉਸ ਵੇਲੇ ਸਾਧ ਸੰਗਤ ਜੀ ਫਿਰ ਜਦੋਂ ਹੁਕਮਨਾਮਾ ਲਿਆ ਤੇ ਬਸੰਤ ਕੀ ਵਾਰ ਦਾ ਆਇਆ ਸੀ ਹੁਕਮਨਾਮਾ। ਚੱਕ ਪੱਤਰੇ ਜਦ ਗ੍ਰੰਥ ਕੋ ਦੇਖਾ, ਬਸੰਤ ਕੀ ਵਾਰ ਕੋ ਆਏ ਉਹ ਲੇਖਾ। ਵਿਦਵਾਨਾਂ ਨੇ ਲਿਖਿਆ, ਕਹਿੰਦੇ ਨੇ ਉਸ ਵੇਲੇ ਹੁਕਮਨਾਮਾ ਆਇਆ ਬਸੰਤ ਕੀ ਵਾਰ ਮਹੱਲ ਪੰਜਵਾ, ਏਕ ਓੰਕਾਰ ਸਤਿਗੁਰ ਪ੍ਰਸਾਦ, ਹਰਿ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮਲ ਖੰਤੇ ਪਾਈਐ ਰੁੱਤ ਸੁਹਾਈ। ਇਹਦੀ ਦੂਜੀ ਪੌੜੀ ਸੀ ਸਾਧ ਸੰਗਤ ਜੀ, ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਚ ਪਾਇਨ ਵਿੱਚ ਤਈਓ ਖੜੋਵਾ, ਰੋਗ ਸੂਖ ਸਭ ਮਿਟ ਗਏ ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਇਦਾ ਫਿਰ ਪਾਏ ਨਾ ਮੋਵਾ। ਜਦੋਂ ਸਾਧ ਸੰਗਤ ਜੀ ਉਵੇਂ 3 ਪੌੜੀਆਂ ਨੇ ਇਹਦੀਆਂ ਸਾਰੀਆਂ ਹੁਕਮਨਾਮੇ ਦੀਆਂ। ਜਦੋਂ ਇਹ ਦੂਜੀ ਪੌੜੀ ਆਈ ਤੇ ਉਹਨਾਂ ਨੇ ਜਾਣ ਲਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਗਿਆ ਕਰ ਦਿੱਤੀ ਹੈ। ਉਸੇ ਵੇਲੇ ਸਿੰਘਾਂ ਨੇ ਜਕਾਰੇ ਛੱਡੇ, ਤੁਰ ਪਿਆ ਸਾਰਾ ਜਥਾ। ਤੁਰਨ ਲੱਗਿਆਂ ਨੂੰ ਫੇਰ ਸਾਧ ਸੰਗਤ ਜੀ ਰੋਕਿਆ, ਕਿਸੇ ਸਿਆਣੇ ਨੇ ਆਖਿਆ ਤੁਰ ਤੇ ਪਿਆ ਹਰੀਸਿਆਂ ਲੈ ਕੇ ਇਹਨਾਂ ਸਾਰਿਆਂ ਨੂੰ, ਪਰ ਮਰਵਾ ਕੇ ਆਵੇਂਗਾ ਉੱਥੇ, ਜਿੱਤ ਕੇ ਤੇ ਦਵਾ ਨਹੀਂ ਸਕਦਾ ਕਿਉਂਕਿ ਉਹਦੇ ਕੋਲੇ ਤਾਂ ਅਗਲੇ ਬੰਨੇ ਪ੍ਰਬੰਧ ਬਹੁਤ ਹੈ। ਤੇ ਉਸ ਵੇਲੇ ਹਰੀ ਸਿੰਘ ਭੰਗੀ ਨੇ ਆਖਿਆ ਸੀ ਗੱਲ ਜਿੱਤਣ ਹਾਰਨ ਦੀ ਨਹੀਂ, ਮੈਨੂੰ ਇਹ ਨਹੀਂ ਪਤਾ ਜਿੱਤ ਕੇ ਆਉਣਾ ਕਿ ਨਹੀਂ। ਅਸੀਂ ਗੁਰੂ ਸਾਹਿਬ ਨੂੰ ਪੁੱਛਿਆ ਤੇ ਮਹਾਰਾਜ ਕਹਿੰਦੇ ਜਾਓ। ਮਹਾਰਾਜ ਨੇ ਆਵਾਜ਼ ਦਿੱਤੀ ਵੀ ਤੁਸੀਂ ਜਿੱਤ ਕੇ ਆਓਗੇ, ਇਸ ਕਰਕੇ ਜਿੱਤ ਕੇ ਹੀ ਆਵਾਂਗੇ, ਜਿੱਤਣਾ ਹਾਰਨਾ ਮੇਰੇ ਵੱਸ 'ਚ ਨਹੀਂ, ਗੁਰੂ ਸਾਡੇ ਨਾਲ। ਫਿਰ ਉਹਨੇ ਸਾਧ ਸੰਗਤ ਜੀ ਆਖਿਆ, ਗੁਰੂ ਗ੍ਰੰਥ ਦਈ ਆਵਾਜ਼ ਸੋਈ ਕਰੇ ਕੋ ਹਮਰੇ ਕਾਜ। ਭਾਈ ਹਰੀ ਸਿੰਘ ਨੇ ਆਖਿਆ ਮਹਾਰਾਜ ਨੇ ਆਵਾਜ਼ ਆਪ ਦਿੱਤੀ ਹੈ, ਹੁਕਮਨਾਮਾ ਮਹਾਰਾਜ ਨੇ ਆਪ ਦਿੱਤਾ, ਇਸ ਕਰਕੇ ਕਾਰਜ ਵੀ ਉਹਨੇ ਕਰਨੇ ਆ, ਅਸੀਂ ਹੁਣ ਰੁਕਣਾ ਨਹੀਂ। ਗਏ ਕਸੂਰ ਦੇ ਹਾਕਮ ਨੂੰ ਸਾਧ ਸੰਗਤ ਜੀ ਫੜ ਕੇ ਕਾਬੂ ਕੀਤਾ, ਸਭ ਮਾਰ ਕੱਟ ਕੀਤੀ, ਉੱਥੇ ਕਬਜ਼ਾ ਕਰ ਲਿਆ, ਉਹਦੀ ਇਸਤਰੀ ਵੀ ਛਡਾ ਕੇ ਦਿੱਤੀ, ਉਹਨੂੰ ਸਜ਼ਾ ਵੀ ਦਿੱਤੀ ਤੇ ਪੰਥ ਫੇਰ ਵਾਪਸ ਆ ਗਿਆ ਅਕਾਲ ਤਖਤ ਸਾਹਿਬ। ਇਹ ਹੁਕਮਨਾਮਾ ਸੀ। ਹੁਕਮਨਾਮੇ ਦੀ ਤਾਕਤ ਪਰ ਭਾਵਨਾ ਆਪੋ ਆਪਣੀ, ਜਿਹਦੀ ਸ਼ਰਧਾ ਉਹਦੇ ਵਾਸਤੇ ਸਾਧ ਸੰਗਤ ਜੀ ਹੁਕਮਨਾਮਾ ਸਾਰੇ ਦਿਨ ਵਾਸਤੇ ਮਹਾਰਾਜ ਦਾ ਹੁਕਮ ਹੈ ਵੀ ਮਹਾਰਾਜ ਮੇਰੇ ਲਈ ਅੱਜ ਕੀ ਹੁਕਮ ਹੈ। ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਈ ਸਾਧ ਸੰਗਤ ਜੀ ਹੁਕਮ ਕੀਤਾ ਸਮੁੱਚੇ ਰੂਪ ਵਿੱਚ ਸਾਰੀਆਂ ਸੰਗਤਾਂ ਲਈ ਅੰਮ੍ਰਿਤ ਵੇਲੇ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਆਏ ਹੋਏ ਇਸ ਸ੍ਰੀ ਮੁਖ ਵਾਕ ਦੀ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧਨਾਸਰੀ ਰਾਗਣੀ ਵਿੱਚ ਸਾਧ ਸੰਗਤ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਸਾਡੇ ਉੱਤੇ ਤਰਸ ਕਰਕੇ ਸਾਡੇ ਭਲੇ ਲਈ ਪਰਉਪਕਾਰ ਕਰਦੇ ਗੁਰਬਾਣੀ ਸਾਧ ਸੰਗਤ ਇਸ ਰੂਪ ਦੀ ਸੰਪਾਦਨਾ ਕੀਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਗੁਰਬਾਣੀ ਦਾ ਮਹਾਤਮ ਦੱਸਣ ਵਾਸਤੇ ਬੇਅੰਤ ਸਤਿਕਾਰ ਕੀਤਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਹਜ਼ੂਰ ਦੇ ਬਚਨੋਂ ਕਹਿੰਦੇ ਨੇ ਤੁਸੀਂ ਦਾਤੇ ਵੀ ਜੇ, ਫਿਰ ਸਾਰਿਆਂ ਦੇ ਸੁਆਮੀ ਜੇ, ਫਿਰ ਸਾਰਿਆਂ ਦੀ ਪਾਲਣਾ ਕਰਨ ਵਾਲੇ ਜੇ। ਉਵੇਂ ਦਾਤੇ ਕੱਲ ਬੇਨਤੀ ਕੀਤੀ ਸੀ ਵੀ ਦਾਤੇ ਸਾਧ ਸੰਗਤ ਜੀ ਸੰਸਾਰ ਉੱਤੇ ਵੀ ਕਈ ਨੇ
ਉਸੇ ਤੋਂ ਹੀ ਦਾਤਾਂ ਲੈ ਕੇ ਅੱਗੇ ਦਾਨ ਕਰਦੇ ਆ, ਪਰ ਮਨ ਵਿੱਚ ਕਈ ਤਰ੍ਹਾਂ ਦੀ ਭਾਵਨਾ ਲੈ ਕੇ ਦਾਨ ਕਰਦੇ ਆ। ਕੋਈ ਵਡਿਆਈ ਵਾਸਤੇ ਕਰਦਾ, ਕੋਈ ਥੋੜਾ ਦੇ ਕੇ ਬਹੁਤਾ ਮੰਗਣ ਲਈ ਕਰਦਾ, ਕੋਈ ਸਾਧ ਸੰਗਤ ਜੀ ਵਿਚਾਰਾਂ ਹੀ ਕਰਦਾ ਰਹਿੰਦਾ ਵੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦਾਨ। ਤੇ ਕਈ ਐਸੇ ਨੇ ਜਿਹੜੇ ਸੰਤੋਖੀ ਸੁਭਾਅ ਵਾਲੇ ਹੁੰਦੇ, ਗੁਰੂ ਦੀ ਦਿੱਤੀ ਦਾਤ ਜਾਣ ਕੇ ਦਾਨ ਕਰ ਦਿੰਦੇ, ਪ੍ਰਸੰਨ ਵੀ ਹੁੰਦੇ ਕਰਕੇ। ਪਰ ਇੱਕ ਬੰਨੇ ਅਕਾਲ ਪੁਰਖ ਵਾਹਿਗੁਰੂ ਦਾਤਾ ਜਿਹੜਾ ਸਾਰਿਆਂ ਨੂੰ ਸਾਧ ਸੰਗਤ ਜੀ ਦਾਤਾਂ ਦੇਣ ਵਾਲਾ, ਜਿਹਨੇ ਸਾਰਿਆਂ ਦੇ ਰਿਜ਼ਕ ਦਾ, ਰੋਟੀ ਰੋਜੀ ਦਾ ਪ੍ਰਬੰਧ ਕੀਤਾ। ਜਿਵੇਂ ਵਿਦਵਾਨਾਂ ਨੇ ਸਾਧ ਸੰਗਤ ਜੀ ਇਹਦੇ ਉੱਤੇ ਇੱਕ ਪ੍ਰਮਾਣ ਲਿਖਿਆ। ਉਹ ਕਹਿੰਦੇ ਨੇ ਇੱਕ ਵਾਰੀ ਕਿਸੇ ਪੈਗੰਬਰ ਦੀ ਪ੍ਰਮਾਤਮਾ ਨਾਲ ਗੱਲ ਹੋਈ ਤੇ ਉਹਨੇ ਆਖਿਆ ਵੀ ਤੂੰ ਇਕੱਲਾ ਹੀ ਇੰਨਾ ਕਪਾ ਕਰੀ ਜਾਣਾ, ਸਾਰੀ ਸ੍ਰਿਸ਼ਟੀ ਨੂੰ ਸਾਂਭੀ ਜਾਣਾ, ਸਾਰਿਆਂ ਦਾ ਖਿਆਲ ਰੱਖਣਾ, ਉਹਨਾਂ ਨੂੰ ਰਿਜ਼ਕ ਦੇਣਾ, ਫਿਰ ਸਾਰੀ ਸ੍ਰਿਸ਼ਟੀ ਦੀ ਲਾਇਤਾ ਕਰਨੀ, ਬਈ ਕੁਝ ਸਾਡੀ ਡਿਊਟੀ ਲਾ ਦੇ, ਵਿੱਚੋਂ ਅਸੀਂ ਨਿਭਾ ਦਿਆਂਗੇ, ਤੂੰ ਆਪਣਾ ਕੰਮ ਸੌਖਾ ਕਰ ਲੈ। ਕਹਿੰਦੇ ਨੇ ਪ੍ਰਮਾਤਮਾ ਦੇ ਵੱਲੋਂ ਆਵਾਜ਼ ਆਈ ਵੀ ਨਹੀਂ, ਇਹ ਤੁਹਾਡੇ ਵੱਸ ਦੀ ਗੱਲ ਨਹੀਂ, ਇਹ ਮੇਰਾ ਕਾਰਜ ਮੈਂ ਹੀ ਕਰ ਸਕਦਾ। ਕਹਿੰਦੇ ਉਹਨੇ ਕਿਹਾ ਨਹੀਂ ਦੇਖ, ਹੁਣ ਤੇਰੇ ਨਾਲ ਅਸੀਂ ਇੱਕ ਹੋਏ, ਤੂੰ ਸਾਡੇ ਨਾਲ ਵਚਨ ਵਿਲਾਸ ਵੀ ਕਰ ਲੈਣਾ ਤੇ ਤੂੰ ਕੰਮ ਨਹੀਂ ਸਾਨੂੰ ਕੋਈ ਦੇ ਸਕਦਾ। ਜਦੋਂ ਜਿੱਦ ਕੀਤੀ, ਪੁੱਛਿਆ ਤੇ ਸਾਧ ਸੰਗਤ ਜੀ ਕਹਿੰਦੇ ਨੇ ਫਿਰ ਆਖਿਆ ਚੰਗਾ 2 ਦਿਨ ਕੋਈ ਤੁਸੀਂ ਡਿਊਟੀ ਲੈ ਲਓ, ਜੇ ਚੰਗੀ ਤਰ੍ਹਾਂ ਨਿਭ ਗਈ ਫਿਰ ਪੱਕੀ ਦੇ ਦਿਆਂਗਾ। ਉਹ ਕਹਿੰਦੇ ਜੀ ਦਿਓ ਕੋਈ ਡਿਊਟੀ। ਕਿਹੜੀ ਡਿਊਟੀ ਦੇਈਏ? ਜੇ ਜਿਹੜਾ ਤੁਸੀਂ ਸਾਰੇ ਸੰਸਾਰ ਨੂੰ ਰਿਜ਼ਕ ਦਿੰਦੇ ਜੇ, ਇਹ ਸਾਡੀ ਡਿਊਟੀ ਲਾ ਦਿਓ ਵੀ ਰਿਜ਼ਕ ਅਸੀਂ ਵੰਡ ਦਿਆ ਕਰਾਂਗੇ, ਤੁਹਾਡਾ ਇਹ ਕੰਮ ਹੌਲਾ ਹੋ ਜਾਏਗਾ। ਉਹ ਕਹਿੰਦੇ ਚਲੋ ਠੀਕ ਹੈ, 2 ਦਿਨ ਤੁਸੀਂ ਦੇਣਾ। ਇਉਂ ਸਾਧ ਸੰਗਤ ਜੀ ਇੱਕ ਦਿਨ ਦੇ ਦਿੱਤਾ, ਜਦੋਂ ਦੂਜੇ ਦਿਨ ਵੀ ਦਿੱਤਾ, ਸਾਰੇ ਜੀਵਾਂ ਨੂੰ ਰਿਜ਼ਕ ਪਹੁੰਚਾ ਦਿੱਤਾ। ਕਹਿੰਦੇ ਸ਼ਾਮ ਨੂੰ ਫਿਰ ਜਦੋਂ ਗੱਲਬਾਤ ਹੋਈ ਤੇ ਪ੍ਰਮਾਤਮਾ ਨੇ ਪੁੱਛਿਆ ਵੀ ਕਰ ਦਿੱਤੀ ਡਿਊਟੀ, ਪਹੁੰਚਾਤਾ ਸਾਰਿਆਂ ਨੂੰ? ਉਹ ਕਹਿੰਦੇ ਜੀ ਹਾਂ ਪਹੁੰਚਾ ਦਿੱਤਾ। ਤੇ ਆਖਿਆ ਕੋਈ ਛੱਡਿਆ ਤੇ ਨਹੀਂ? ਆਖਿਆ ਜੀ ਉਵੇਂ ਤਾਂ ਨਹੀਂ ਛੱਡਿਆ, ਪਰ 2 ਜਣੇ ਛੱਡ ਲਏ ਆ। ਇੱਕ ਤੇ ਬਹੁਤ ਜ਼ਿਆਦਾ ਕੁਕਰਮੀ ਬੰਦਾ, ਖੋਟੇ ਕਰਮਾਂ ਵਾਲਾ, ਇੱਕ ਉਹਨੂੰ ਛੱਡ ਦਿੱਤਾ, ਸਾਡਾ ਨਹੀਂ ਜੀ ਕੀਤਾ ਉਹਨੂੰ ਰੋਟੀ ਦੇਣ ਨੂੰ। ਇੱਕ ਸੂਰ ਨੂੰ ਛੱਡ ਲਿਆ, ਉਹ ਵੀ ਬਹੁਤ ਵੱਡਾ ਦੋਸ਼ੀ ਸੀ, ਇਸ ਕਰਕੇ ਉਹਨਾਂ ਦੋਵਾਂ ਨੂੰ ਨਹੀਂ ਦਿੱਤਾ, ਬਾਕੀ ਸਾਰਿਆਂ ਨੂੰ ਦੇ ਦਿੱਤਾ। ਤੇ ਪ੍ਰਮਾਤਮਾ ਨੇ ਆਖਿਆ ਵੀ ਫਿਰ ਤੁਸੀਂ ਆਪਣੀ ਡਿਊਟੀ ਨਹੀਂ ਕੀਤੀ, ਤੁਹਾਡੀ ਡਿਊਟੀ ਉਹਨਾਂ ਲੋਕਾਂ ਦੇ ਦੋਸ਼ ਦੇਖਣ ਦੀ ਨਹੀਂ, ਉਹਨਾਂ ਦੇ ਪਾਪ ਨਹੀਂ ਦੇਖਣ ਦੀ ਡਿਊਟੀ। ਤੁਹਾਡੀ ਡਿਊਟੀ ਆ ਰਿਜ਼ਕ ਵੰਡਣ ਦੀ। ਮੇਰੇ ਤੋਂ ਲੈ ਕੇ ਤੁਸੀਂ ਅੱਗੇ ਸਾਰਿਆਂ ਨੂੰ ਰੋਟੀ ਦੇਣੀ ਸੀ। ਜੇ ਤੁਸੀਂ ਪਾਪ ਦੇਖਣ ਲੱਗੋ ਹੁਣ ਤੇ ਅੱਧਾ ਸੰਸਾਰ ਮਰ ਜਾਵੇਗਾ ਭੁੱਖਾ ਇੱਕੋ ਦਿਨ ਚ ਹੀ। ਤੁਹਾਡੀ ਡਿਊਟੀ ਤੇ ਦੇਣ ਦੀ ਹੈ ਸਿਰਫ, ਤੁਸੀਂ ਉਹ ਪੂਰੀ ਨਹੀਂ ਕੀਤੀ, ਇਸ ਕਰਕੇ ਤੁਹਾਡੇ ਵੱਸ ਦੀ ਗੱਲ ਨਹੀਂ, ਰਹਿਣ ਦਿੱਤਾ ਸੀ। ਉਹ ਸਾਧ ਸੰਗਤ ਜੀ ਏਦਾਂ ਦਾ ਦਾਤਾ ਜਿਹੜਾ ਦੋਸ਼ ਦੇਖ ਕੇ ਵੀ ਦੇਣਾ ਨਹੀਂ ਬੰਦ ਕਰਦਾ। ਕਿਸੇ ਦੀ ਰੋਟੀ ਨਹੀਂ ਪ੍ਰਮਾਤਮਾ ਬੰਦ ਕਰਦਾ, ਭਾਵੇਂ ਕੋਈ ਪਾਪੀ ਆ, ਕੋਈ ਅਕਿਰਤ ਕਾਣਾ, ਕੋਈ ਗੁਰਮੁਖ, ਕੋਈ ਮਨਮੁਖ, ਕੋਈ ਸਾਖਤ, ਕੋਈ ਪਰਮੇਸ਼ਰ ਦਾ ਪੁਜਾਰੀ, ਕੋਈ ਸ਼ਕਤੀ ਦਾ ਪੁਜਾਰੀ, ਪਰ ਪ੍ਰਮਾਤਮਾ ਕਿਸੇ ਦਾ ਰਿਜ਼ਕ ਨਹੀਂ ਬੰਦ ਕਰਦਾ ਕਿ ਰੋਜੀ ਦੇ ਹੰਦ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਰੋਜੀ ਦੇਣ ਵਾਲਾ ਉਹ ਹੈ, ਸਾਰਿਆਂ ਨੂੰ ਦਾਤਾਂ ਦੇਣੀਆਂ। ਫਿਰ ਕੱਲੀ ਰੋਜੀ ਨਹੀਂ, ਫਿਰ ਸਾਧ ਸੰਗਤ ਜੀ ਇਹ ਨਾਮ ਦੀ ਦਾਤ ਵੀ ਪ੍ਰਮਾਤਮਾ ਹੀ ਦਿੰਦਾ, ਅਧਿਆਤਮਕਤਾ ਦੀ ਦਾਤ ਵੀ ਪ੍ਰਮਾਤਮਾ ਹੀ ਦਿੰਦਾ। ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇ। ਕਹਿੰਦੇ ਸਭ ਦਾਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਨੇ। ਹਾਂ ਜਿਹੜਾ ਉਹਨੂੰ ਭਾ ਜਾਵੇ ਸਾਧ ਸੰਗਤ ਜੀ, ਉਹਨੂੰ ਉਸੇ ਤਰ੍ਹਾਂ ਦੀ ਜਿਵੇਂ ਦਾ ਅਧਿਕਾਰੀ ਹੋਵੇ ਉਸੇ ਤਰ੍ਹਾਂ ਦੀ ਦਾਤ ਪ੍ਰਮਾਤਮਾ ਦੇ ਦਿੰਦਾ। ਕਿਉਂਕਿ ਕੋਈ ਸਾਧ ਸੰਗਤ ਜੀ ਸੇਵਾ ਦਾ ਅਧਿਕਾਰੀ ਹੈ, ਕੋਈ ਸਿਮਰਨ ਦਾ ਅਧਿਕਾਰੀ ਹੈ, ਕੋਈ ਬ੍ਰਹਮ ਗਿਆਨ ਦਾ ਅਧਿਕਾਰੀ ਹੈ, ਕੋਈ ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਨਹੀਂ ਅਧਿਕਾਰੀ, ਪਰ ਪ੍ਰਮਾਤਮਾ ਨੇ ਪ੍ਰਸ਼ਾਦਾ ਫਿਰ ਵੀ ਉਹਨਾਂ ਨੂੰ ਦੇਣਾ। ਇਸੇ ਲਈ ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ ਨਾ, ਭੁੱਖ ਤਾਂ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਦੇਖਦਾ ਤੇ ਸਾਰਾ ਹੀ ਹੈ ਨਾ ਪ੍ਰਮਾਤਮਾ, ਉਹਦੇ ਕੋਲੋਂ ਕਿਸੇ ਦਾ ਪਾਪ ਨਹੀਂ ਲੁਕਿਆ, ਕਿਸੇ ਦੀ ਕਿਰਤ ਘਣਤਾ ਨਹੀਂ ਲੁਕੀ, ਕਿਸੇ ਦੇ ਦੋਸ਼ ਨਹੀਂ ਲੁਕੇ, ਕਿਸੇ ਦੇ ਔਗਣ ਨਹੀਂ ਲੁਕੇ। ਪਰ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਦੇਖੋ ਸਭ ਥਾਵਾਂ ਤੇ ਜਲਾਂ ਥਲਾਂ 'ਚ ਪਾਲਣਾ ਕਰਦਾ ਨਾ ਸਾਰੇ ਜੀਵਾਂ ਦੇ, ਤੇ ਦੋਸ਼ ਨਹੀਂ ਦੇਖਦਾ। ਜੇ ਦੋਸ਼ ਦੇਖ ਕੇ ਗੁਣਾ ਤੇ ਔਗੁਣਾ ਦੀ ਵਿਚਾਰ ਕਰਕੇ ਸਾਧ ਸੰਗਤ ਜੀ ਕਿਸੇ ਨੂੰ ਦੇਵੇ, ਫਿਰ ਤਾਂ ਸਾਰਾ ਸੰਸਾਰ ਔਗੁਣਾ ਦਾ ਹੀ ਭਰਿਆ, ਫਿਰ ਤਾਂ ਦੇਵੇ ਹੀ ਨਾ ਕਿਸੇ ਨੂੰ। ਪਰ ਉਹਨੇ ਸਾਰਿਆਂ ਨੂੰ ਦਿੱਤਾ, ਬਿਨਾਂ ਦੋਸ਼ ਦੇ ਔਗਣ ਦੇਖਣ ਤੋਂ ਪ੍ਰਮਾਤਮਾ ਦਿੰਦਾ। ਇਸ ਕਰਕੇ ਅਸਲ ਵਿੱਚ ਉਹਨੂੰ ਪੰਜਵੇਂ ਪਾਤਸ਼ਾਹ ਜੀ ਦਾਤਾ ਕਹਿੰਦੇ ਆ। ਬਈ ਦਾਤਾ ਸਾਧ ਸੰਗਤ ਜੀ ਉਹੀ ਆ, ਜਾਚਕ ਅਨੇਕ ਸੋ ਏਕ ਦਵਈਆ। ਦਸਵੇਂ ਪਾਤਸ਼ਾਹ ਕਹਿੰਦੇ ਮੰਗਣ ਵਾਲੀ ਸਾਰੀ ਸ੍ਰਿਸ਼ਟੀ, ਦੇਣ ਵਾਲਾ ਸਿਰਫ ਇੱਕ ਹੈ। ਸਾਰੇ ਸੰਸਾਰ ਨੂੰ ਉਹ ਪ੍ਰਮਾਤਮਾ ਦਾਤਾ ਦਿੰਦਾ। ਫਿਰ ਇਹੋ ਜਿਹੇ ਬ੍ਰਹਿਮੰਡ ਪਤਾ ਨਹੀਂ ਕਿੰਨੇ ਕੁ ਉਸ ਪ੍ਰਮਾਤਮਾ ਨੇ ਬਣਾਏ, ਕਿੰਨੇ ਕੁ ਸਾਧ ਸੰਗਤ ਜੀ ਇਹੋ ਜਿਹੇ ਸੰਸਾਰ ਉਹ ਥਾਪ ਕੇ ਕਪਾਲ ਵਿੱਚ ਨਾਸ਼ ਕਰ ਦਿੰਦਾ। ਸਾਰਿਆਂ ਦੀ ਰੋਜੀ ਰੋਟੀ ਦਾ ਦਾਤਾ ਹੋਣ ਕਰਕੇ ਕਹਿੰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ।
ਤੁਸੀਂ ਸਾਡੇ ਸੁੰਦਰ ਮਾਲਕ ਜੇ, ਦਾਤੇ ਜੇ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ। ਨਿਮਖ ਨਿਮਖ ਤੋਂ ਹੀ ਪ੍ਰਤਪਾਲ, ਹਮ ਬਾਰਕ ਤੁਮਰੇ ਧਾਰੇ। ਨਿਮਖ 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 ਕਹਿੰਦੇ ਨੇ ਸਾਧ ਸੰਗਤ ਜੀ, ਅੱਖ ਖੋਲੀ ਆ ਤੇ ਬੰਦ ਕਰਕੇ ਫੇਰ ਬੰਦਾ ਖੋਲ ਲੈ। ਅੱਖ ਝਮਕਣ ਦੇ ਸਮੇਂ ਨੂੰ ਨਿਮਖ ਆਖਿਆ। ਇੰਨਾ ਕੁ ਸਮਾਂ ਵੀ ਜਿਹੜੀ ਪਾਲਣਾ ਸਾਧ ਸੰਗਤ ਜੀ ਇਹ ਪ੍ਰਮਾਤਮਾ ਹੀ ਕਰਦਾ। ਪੰਜਵੇਂ ਪਾਤਸ਼ਾਹ ਦੇ ਬਚਨ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਮਹਾਰਾਜ ਤੁਹਾਡੇ ਆਸਰੇ ਤੇ ਅਸੀਂ ਤੁਹਾਡੇ ਬਾਲਕ ਹਾਂ, ਬੱਚੇ ਆ ਤੁਹਾਡੇ। ਇੱਕ ਨਿਮਖ ਦਾ ਸਮਾਂ ਵੀ ਅਸੀਂ ਕਹੀਏ ਵੀ ਅਸੀਂ ਆਪਣੀ ਮਰਜ਼ੀ ਨਾਲ ਕੁਝ ਕਰ ਲੈਂਦੇ, ਕੁਝ ਨਹੀਂ ਕਰ ਸਕਦੇ। ਨਿਮਖ ਦਾ ਸਮਾਂ ਵੀ ਤੇਰੀ ਤੂੰ ਹੀ ਸੰਭਾਲ ਸਾਰਿਆਂ ਦੀ ਕਰਦਾ। ਹਾਂ, ਜੇ ਕੋਈ ਸਮਝੇ ਸਾਧ ਸੰਗਤ ਇਸ ਗੱਲ ਨੂੰ ਵੀ ਅਸੀਂ ਉਹਦੇ ਬੱਚੇ ਆ, ਤੇ ਫਿਰ ਪ੍ਰਮਾਤਮਾ ਵਾਕਿਆ ਹੀ ਸੰਭਾਲ ਕਰਦਾ। ਜਿਵੇਂ ਮਾਪੇ ਆਪਣੇ ਬੱਚੇ ਦੀ ਸੰਭਾਲ ਕਰਦੇ ਨਾ ਹਰੇਕ ਸਮੇਂ, ਇਸੇ ਤਰ੍ਹਾਂ ਪ੍ਰਮਾਤਮਾ ਦੇ ਜੇ ਕੋਈ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਬੱਚੇ ਸਮਝੇ ਤਾਂ ਮਾਤ ਪਿਤਾ ਹਮ ਬਾਰਕ ਤੇਰੇ, ਉਹ ਮਾਤਾ ਦੀ ਥਾਂ ਵੀ ਆ, ਪਿਤਾ ਦੀ ਥਾਂ ਵੀ ਆ। ਜਿਹੜਾ ਉਹਦਾ ਬਾਲਕ ਬਣ ਕੇ ਰਹਿੰਦਾ, ਇਵੇਂ ਹੀ ਸਾਧ ਸੰਗਤ ਜੀ ਫਿਰ ਉਹਦੀ ਸੰਭਾਲ ਕਰਦੇ ਜਿਵੇਂ ਮਾਤਾ ਪਿਤਾ ਆਪਣੇ ਬੱਚੇ ਦੀ ਕਰਦੇ ਹਨ। ਜਿਹਵਾ ਏਕ ਕਵਨ ਗੁਣ ਕਹੀਐ। ਕਿੰਨੇ ਕੁ ਗੁਣ ਉਸ ਪ੍ਰਮਾਤਮਾ ਦੇ ਕਹੇ ਜਾ ਸਕਦੇ ਨੇ ਇੱਕ ਜ਼ਬਾਨ ਨਾਲ? ਕੋਈ ਨਹੀਂ ਸਾਧ ਸੰਗਤ ਜੀ ਕਹਿ ਸਕਦਾ ਸਾਰੇ ਗੁਣਾਂ ਨੂੰ, ਕਿਉਂਕਿ ਇੱਕ ਜ਼ਬਾਨ ਹੈ। ਮਹਾਰਾਜ ਦੇ ਤਾਂ ਬਚਨ ਉਹ ਕਹਿੰਦੇ ਨੇ, ਇੱਕ ਤੋਂ ਲੱਖਾਂ ਹੋ ਜਾਣ, ਲੱਖਾਂ ਤੋਂ ਕਈ ਲੱਖ ਹੋ ਜਾਵੇ, ਤਾਂ ਵੀ ਉਹਦੇ ਸਾਰੇ ਗੁਣਾਂ ਨੂੰ ਸਾਧ ਸੰਗਤ ਜੀ ਕਥਨ ਨਹੀਂ ਕਰ ਸਕਦੀ। ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ, ਲੱਖ 20 ਲੱਖ ਲੱਖ ਗੇੜਾ ਆਖੀਏ। ਇੱਕ ਤੋਂ ਲੱਖ, ਲੱਖ ਤੋਂ ਕਈ ਲੱਖ ਹੋ ਜੇ ਤੇ ਉਹ ਕਈ ਲੱਖ ਜ਼ਬਾਨ ਗੇੜੇ ਦੇ ਹੀ ਚੱਲੇ ਪ੍ਰਮਾਤਮਾ ਦੇ ਨਾਂ ਦੇ, ਤਾਂ ਵੀ ਸਾਧ ਸੰਗਤ ਜੀ ਉਹਦੇ ਗੁਣਾਂ ਦਾ ਅੰਤ ਨਹੀਂ ਪੈਂਦਾ। ਉਹਦੇ ਗੁਣਾਂ ਦਾ ਅੰਤ ਕੋਈ ਨਹੀਂ, ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਉਹਦੇ ਗੁਣ ਜਿਹੜੇ ਨੇ ਸਾਧ ਸੰਗਤ ਜੀ ਬੇਸ਼ੁਮਾਰ ਨੇ, ਇਸੇ ਕਰਕੇ ਉਹਨੂੰ ਬੇਅੰਤ ਆਖਿਆ। ਨੇਤ ਨੇਤ ਕਥੰਤ ਵੇਦਾ, ਵੇਦ ਜਿਹੜੇ ਨੇ ਸਭ ਤੋਂ ਸਾਧ ਸੰਗਤ ਜੀ ਸਾਹਿਤ ਵਿੱਚ ਸਭ ਤੋਂ ਪੁਰਾਣਾ ਪ੍ਰਮਾਣ ਜਿਹੜਾ ਉਹ ਵੇਦਾਂ ਦਾ ਮੰਨਿਆ ਜਾਂਦਾ, ਸਭ ਤੋਂ ਪੁਰਾਣਾ। ਤੇ ਕਹਿੰਦੇ ਨੇ ਵੇਦ ਵੀ ਸਾਧ ਸੰਗਤ ਜੀ ਉਸ ਪ੍ਰਮਾਤਮਾ ਦਾ ਅੰਤ ਨਹੀਂ ਜਾਣਦੇ। ਵੇਦ ਨਾ ਜਾਣੇ ਅੰਤ, ਪਾਰ ਬ੍ਰਹਮ ਪਰਮੇਸ਼ਰ ਬੇਅੰਤ। ਮਹਾਰਾਜ ਦੇ ਬਚਨ ਉਹ ਕਹਿੰਦੇ ਨੇ ਉਹ ਬੇਅੰਤ ਹੈ, ਵੇਦ ਵੀ ਉਹਦਾ ਅੰਤ ਨਹੀਂ ਜਾਣਦੇ। ਕਿਉਂਕਿ ਅੰਤ ਸਾਧ ਸੰਗਤ ਜੀ ਉਸ ਚੀਜ਼ ਦਾ ਜਾਣਿਆ ਜਾ ਸਕਦਾ ਜਿਸ ਦਾ ਅੰਤ ਹੋਵੇ। ਜੇ ਅੰਤ ਹੋਵੇ ਕਦੀ ਨਾ ਕਦੀ ਕੋਈ ਦੇਖ ਹੀ ਲਵੇਗਾ, ਪਰ ਪ੍ਰਮਾਤਮਾ ਦਾ ਅੰਤ ਅਸਲ ਵਿੱਚ ਹੈ ਹੀ ਨਹੀਂ। ਅੰਤ ਉਸ ਚੀਜ਼ ਦਾ ਹੁੰਦਾ ਜਿਹਦਾ ਆਦ ਹੋਵੇ। ਜਿਹਦਾ ਆਦ ਹੀ ਕੋਈ ਨਹੀਂ, ਉਹਦਾ ਅੰਤ ਕਦੇ ਹੋ ਹੀ ਨਹੀਂ ਸਕਦਾ। ਪ੍ਰਮਾਤਮਾ ਦਾ ਆਦ ਕੋਈ ਨਹੀਂ, ਕਿਉਂਕਿ ਉਹ ਜੰਮਿਆ ਨਹੀਂ, ਇਸ ਕਰਕੇ ਉਹਦੀ ਮੌਤ ਨਹੀਂ। ਜਿਹੜਾ ਜੰਮਿਆ ਨਹੀਂ, ਸਵੈ ਭੰਗ ਸੁਤੇ ਪ੍ਰਕਾਸ਼ ਹੈ, ਉਹਦਾ ਅੰਤ ਹੋ ਹੀ ਨਹੀਂ ਸਕਦਾ। ਇਸੇ ਕਰਕੇ ਉਹਦੇ ਅੰਤ ਦਾ ਪਤਾ ਨਹੀਂ ਲੱਗਦਾ। ਤੇਰੋ ਅੰਤ ਨਾ ਕਿ ਨਹੀਂ ਲਹੀਏ, ਕੋਈ ਪ੍ਰਮਾਤਮਾ ਤੇਰੇ ਅੰਤ ਨੂੰ ਜਾਣਦਾ ਨਹੀਂ। ਇਸ ਕਰਕੇ ਸਾਧ ਸੰਗਤ ਜੀ ਅੰਤ ਪਾਉਣ ਲਈ ਤਾਂ ਨਹੀਂ, ਆਨੰਦ ਲੈਣ ਵਾਸਤੇ ਜ਼ਰੂਰ ਮਹਾਰਾਜ ਦੇ ਗੁਣ ਗਾਏ ਜਾ ਸਕਦੇ ਹੈ। ਤਾਂ ਮਹਾਰਾਜ ਦਾ ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਪਾਂ ਸਾਰੇ ਬੈਠੇ ਹਾਂ। ਸਤਿਗੁਰੂ ਜੀ ਸਾਧ ਸੰਗਤ ਜੀ ਸਮੁੰਦਰ ਰੂਪ ਨੇ। ਜਿਵੇਂ ਸਮੁੰਦਰ ਦਾ ਕੋਈ ਥਾਂ ਨਹੀਂ ਪਾ ਸਕਦਾ, ਜਾਂ ਸਿੱਪੀਆਂ ਨਾਲ ਸਮੁੰਦਰ ਮਿਲਿਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪ੍ਰਮਾਤਮਾ ਦੇ ਗੁਣ ਨੇ ਨਾ ਸਾਧ ਸੰਗਤ ਜੀ, ਉਹਨਾਂ ਨੂੰ ਇੱਕ ਰਸਨਾ ਨਹੀਂ ਕਹਿ ਕੇ ਅੰਤ ਨਹੀਂ ਪਾ ਸਕਦੇ। ਹਾਂ, ਆਨੰਦ ਲੈਣ ਵਾਸਤੇ ਜ਼ਰੂਰ ਭਾਈ ਗੁਰਦਾਸ ਜੀ ਕਹਿੰਦੇ ਵੀ ਤੁਸੀਂ ਮਹਾਰਾਜ ਦੀ ਬਾਣੀ 'ਚ ਚੁੱਭੀਆਂ ਲਾਓ, ਜੇ ਵੀ ਸਾਗਰ ਰੂਪੀ ਹੈ। ਜੈਸੇ ਤੋ ਸਕਲ ਨੇ ਤਾਂ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨਿਰਜੈ ਪ੍ਰਸਾਦ ਪਾਵਈ। ਭਾਈ ਗੁਰਦਾਸ ਜੀ ਨੇ ਸਾਧ ਸੰਗਤ ਜੀ ਪ੍ਰਮਾਣ ਦਿੱਤਾ। ਉਹ ਕਹਿੰਦੇ ਨੇ ਜਿਵੇਂ ਸਮੁੰਦਰ ਵਿੱਚ ਬਹੁਤ ਨਦੀਆਂ ਹੁੰਦੀਆਂ, ਪਰ ਸਾਰਿਆਂ ਨੂੰ ਥੋੜ੍ਹਾ ਮਿਲ ਜਾਂਦੀਆਂ। ਸਮੁੰਦਰ ਵਿੱਚ ਸੁੱਚੇ ਮੋਤੀ ਹੈ, ਕੀਮਤੀ ਨਿਧੀਆਂ ਸਮੁੰਦਰ ਵਿੱਚ ਨੇ, ਪਰ ਸਾਰਿਆਂ ਨੂੰ ਪ੍ਰਾਪਤ ਨਹੀਂ ਹੁੰਦੀਆਂ। ਪ੍ਰਾਪਤ ਹੁੰਦੇ ਸੁੱਚੇ ਮੋਤੀ ਜਾਂ ਤੇ ਹੰਸਾਂ ਨੂੰ, ਜਾਂ ਫਿਰ ਜਿਹੜੇ ਡੂੰਘੀ ਚੁੱਭੀ ਮਾਰ ਨਹੀਂ ਜਾਣਦੇ ਉਹਨਾਂ ਨੂੰ। ਹੰਸ ਮਰਜੀਵਾ, ਮਰਜੀਵਾ ਕਹਿੰਦੇ ਟੋਭੇ ਨੂੰ। ਫਿਰ ਕਹਿੰਦੇ ਜੈਸੇ ਪਰਬਤ ਵਿਖੇ ਮਾਨਕ ਹੀਰਾ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਜਿਵੇਂ ਪਰਬਤਾਂ ਵਿੱਚ ਸਾਧ ਸੰਗਤ ਜੀ ਪਾਰਸ ਪੱਥਰ ਵੀ ਹੁੰਦਾ, ਹੀਰੇ ਵੀ ਆ, ਪਰ ਸਾਰਿਆਂ ਨੂੰ ਨਹੀਂ ਲੱਭਦੇ। ਕੋਈ ਜਿਹੜਾ ਖਨਵਾਰਾ, ਜਿਹੜਾ ਜਾਣਕਾਰ ਹੈ, ਜਿਹੜਾ ਖੋਜੀ ਬੰਦਾ, ਉਹ ਲਿਆਉਂਦਾ ਤੇ ਫਿਰ ਸੰਸਾਰ ਤੇ ਪ੍ਰਗਟ ਕਰਦਾ ਭਾਈ ਇਹ ਹੀਰਾ। ਨਾ ਹੀਰੇ ਦੀ ਸਾਰਿਆਂ ਨੂੰ ਪਛਾਣ, ਨਾ ਸਾਰੇ ਲਿਆ ਸਕਦੇ, ਹੈ ਜ਼ਰੂਰ ਪਰਬਤ ਵਿੱਚ। ਫਿਰ ਕਹਿੰਦੇ ਜੈਸੇ ਬਨ ਵਿਖੇ ਮਲਿਆਗਰ ਸੌਂਦਾ ਕਪੂਰ, ਸੋਧ ਕੇ ਸੁਬਾਸੀ ਸੁਬਾਸ ਬੇਸਾਵਈ। ਕਹਿੰਦੇ ਨੇ ਬਣਾ ਵਿੱਚ, ਜੰਗਲਾਂ ਵਿੱਚ ਜਿਵੇਂ ਬਹੁਤ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਹੁੰਦੀਆਂ, ਕਈ ਤਰ੍ਹਾਂ ਦੀਆਂ ਸਾਧ ਸੰਗਤ ਜੀ ਉਹਨਾਂ ਤੋਂ ਦਵਾਈਆਂ ਬਣ ਜਾਂਦੀਆਂ। ਕਈਆਂ ਜੜੀਆਂ ਬੂਟੀਆਂ ਤੋਂ ਅਤਰ ਨਿਕਲਦਾ, ਉਹਨਾਂ ਤੋਂ ਅਤਰ ਫਲੇਲ ਬਣ ਜਾਂਦਾ।
ਉਹ ਕਹਿੰਦੇ ਨੇ ਹੈ ਤਾਂ ਜੰਗਲ ਵਿੱਚ ਹੀ ਨਾ, ਬਨਾਸਪਤੀ ਦੇ ਵਿੱਚ ਹੀ ਸਾਰਾ ਕੁਝ ਹੈ, ਪਰ ਸਾਰਿਆਂ ਨੂੰ ਨਹੀਂ ਪਤਾ ਵੀ ਕਿਹੜੀ ਜੜੀ ਬੂਟੀ ਕਿਹੜੇ ਕੰਮ ਆਵੇਗੀ ਤੇ ਅਤਰ ਕਿਹਦੇ ਤੋਂ ਤਿਆਰ ਹੋਣਾ। ਕਹਿੰਦੇ ਨੇ ਜਿਹੜੇ ਅਤਾਰ ਲੋਕ ਨੇ, ਅਤਰ ਤਿਆਰ ਕਰਨ ਵਾਲੇ, ਉਹਨਾਂ ਨੂੰ ਪਤਾ ਹੁੰਦਾ, ਉਹ ਫਿਰ ਅਤਰ ਤਿਆਰ ਕਰਦੇ ਹੈ ਉੱਥੇ ਹੀ ਸਾਰਾ ਕੁਝ, ਪਰ ਸਾਰਿਆਂ ਨੂੰ ਪਤਾ ਨਹੀਂ, ਸਾਰਿਆਂ ਨੂੰ ਪਛਾਣ ਕੋਈ ਨਹੀਂ। ਜਿਨ੍ਹਾਂ ਨੂੰ ਪਛਾਣ ਹੈ ਉਹ ਲੈ ਆਉਂਦੇ। ਕਹਿੰਦੇ ਤੈਸੇ ਤੋਂ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਉਸੇ ਤਰ੍ਹਾਂ ਜਿਵੇਂ ਸਮੁੰਦਰ 'ਚ ਸੁੱਚੇ ਮੋਤੀ ਨੇ, ਜਿਵੇਂ ਪਰਬਤਾਂ ਵਿੱਚ ਸਾਧ ਸੰਗਤ ਜੀ ਪਾਰਸ ਪੱਥਰ ਤੇ ਹੀਰੇ ਆ, ਜਿਵੇਂ ਜੰਗਲ ਵਿੱਚ ਬਹੁਤ ਕੀਮਤੀ ਅਤਰ ਵਾਲੀਆਂ ਜੜੀਆਂ ਬੂਟੀਆਂ, ਇਸੇ ਤਰ੍ਹਾਂ ਗੁਰਬਾਣੀ ਵਿੱਚ ਬੇਅੰਤ ਪਦਾਰਥ ਨੇ। ਜਿੰਨੇ ਪਦਾਰਥ ਉਵੇਂ 4 ਪਦਾਰਥ ਜਿਹੜੇ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਵਿਦਵਾਨਾਂ ਨੇ ਮੰਨੇ, ਉਹ ਕਹਿੰਦੇ ਨੇ ਧਰਮ, ਅਰਥ, ਕਾਮ, ਮੋਖ। ਇਹ ਸਾਰੇ ਪਦਾਰਥ ਗੁਰਬਾਣੀ 'ਚ ਹੀ ਪ੍ਰਾਪਤ ਹੋਣਗੇ। ਤੈਸੇ ਤੋਂ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾ ਹੋਈ। ਪਰ ਕਹਿੰਦੇ ਨੇ ਜਿਹੜਾ ਖੋਜ ਕਰੇਗਾ, ਜਿਹੜਾ ਗੁਰਬਾਣੀ ਰੂਪ ਸਮੁੰਦਰ ਵਿੱਚ ਚੁੱਭੀ ਮਾਰ ਨਹੀਂ ਜਾਣਦਾ, ਜਿਹੜਾ ਹੰਸ ਬਣ ਕੇ ਸਾਧ ਸੰਗਤ ਜੀ ਅਸਮਾਨ ਸਰੋਵਰ ਤੋਂ ਮੋਤੀ ਚੁੱਗ ਸਕਦਾ ਹੈ, ਉਹਨੂੰ ਜ਼ਰੂਰ ਪ੍ਰਾਪਤ ਹੁੰਦੇ, ਸਾਰਿਆਂ ਨੂੰ ਨਹੀਂ। ਬਾਣੀ ਤੇ ਕਿਰਪਾ ਮਹਾਰਾਜ ਨੇ ਸਾਰਿਆਂ ਦੇ ਭਲੇ ਲਈ ਕੀਤੀ ਹੈ ਨਾ। ਸਾਰਾ ਸੰਸਾਰ ਨਹੀਂ ਬਾਣੀ ਦੀ ਓਟ ਲੈਂਦਾ, ਬਲਕਿ ਸਾਰਾ ਸਿੱਖ ਸੰਸਾਰ ਹੀ ਨਹੀਂ ਲੈਂਦਾ। ਬਾਕੀ ਦੀ ਤਾਂ ਗੱਲ ਕੀ ਕਰਨੀ ਆਪਾਂ। ਸਾਰੇ ਸਿੱਖ ਸਮਾਜ ਨੂੰ ਕੋਈ ਬਾਣੀ ਦਾ ਆਸਰਾ ਨਹੀਂ। ਦੇਹਧਾਰੀਆਂ, ਦੰਬੀਆਂ ਤੇ ਪਖੰਡੀਆਂ ਦੇ ਡੇਰਿਆਂ ਤੇ ਜਿੰਨੀ ਭੀੜ ਸਿੱਖਾਂ ਨੇ ਕੀਤੀ ਸਾਧ ਸੰਗਤ ਜੀ, ਉਨੀ ਸ਼ਾਇਦ ਦੂਜਿਆਂ ਨੇ ਨਹੀਂ ਕੀਤੀ। ਹਰ ਬੰਦੇ ਨੇ ਜਦੋਂ ਨਵਾਂ ਡੇਰਾ ਚਲਾਉਣਾ ਪੰਜਾਬ ਵੱਲ ਨੂੰ ਭੱਜਦਾ। ਉਹਨੂੰ ਪਤਾ ਵੀ ਸਿੱਖ ਮਾਇਆ ਵੀ ਚੰਗੀ ਦੇ ਦਿੰਦੇ ਆ, ਤੇ ਹੈ ਵੀ ਇਹ ਜਦੋਂ ਕਮਲੇ ਹੋ ਜਾਣ ਫਿਰ ਸਾਡੀ ਥਾਂ ਤੇ ਲੜਦੇ ਵੀ ਤਿਆਰ ਹੁੰਦੇ। ਵੀ ਉਹਨਾਂ ਨੂੰ ਕੋਈ ਸਮਝਾਵੇ ਨਾ ਵੀ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਾਬਰਤਾ ਕੋਈ ਪਖੰਡੀ ਨਹੀਂ ਜੇ ਕਰ ਸਕਦਾ। ਹੁਣ ਸੱਚੇ ਸਬਦੇ ਵਾਲਾ ਆਇਆ ਤਾਂ ਝੂਠੇ ਸਬਦੇ ਵਾਲਾ। ਸਾਧ ਸੰਗਤ ਜੀ ਵੇਖ ਹੀ ਲਿਆ ਉਹਦਾ ਕਾਰਨਾਮਾ। ਕਲਗੀਧਰ ਪਾਤਸ਼ਾਹ ਦੀ ਬਰਾਬਰਤਾ ਕਰਦਾ, ਉਹ ਇੰਨੀ ਜੋਗਾ ਹੈ। ਮਹਾਰਾਜ ਨੇ ਤਾਂ ਸਿਰ ਲਾ ਕੇ ਸਾਧ ਸੰਗਤ ਜੀ 5 ਪਿਆਰਿਆਂ ਤੇ ਦੁਬਾਰਾ ਸੁਰਜੀਤ ਕਰ ਦਿੱਤੇ। ਸਤਿਗੁਰਾਂ ਨੇ ਤੇ ਆਪਣੇ ਸਾਹਿਬਜ਼ਾਦੇ ਵਾਰ ਕੇ ਇਹਨਾਂ ਦਿਨਾਂ ਵਿੱਚ ਇੱਕ ਬੂੰਦ ਅੱਖਾਂ ਤੋਂ ਪਾਣੀ ਦੀ ਨਹੀਂ ਡੇਗੀ। ਉਹਦੇ ਵਿੱਚ ਹੈ ਨਹੀਂ ਇਹਨਾਂ ਬਾਰੇ ਇੰਨੀ ਸਮਰੱਥਾ, ਬਰਾਬਰਤਾ ਕਰ ਲਈ ਨਾ। ਤੇ ਭੀੜ ਉੱਥੇ ਕਿਹਨੇ ਕੀਤੀ ਆ? ਪੰਜਾਬ ਵਿੱਚ ਉਹਨੇ ਅਕਾਰਾ ਕੀਤਾ। ਉਹ ਬਿਹਾਰ ਤੋਂ ਚੱਲ ਕੇ ਭਈਆ ਸਾਧ ਸੰਗਤ ਜੀ ਨੂਰ ਮਹਿਰ ਆਣ ਕੇ ਬੈਠਾ। ਉਹਨੂੰ ਪਤਾ ਕਿ ਪੰਜਾਬ 'ਚ ਦੁਕਾਨ ਚੰਗੀ ਚੱਲ ਜਾਏਗੀ। ਉੱਥੇ ਭੀੜ ਕਿਹਨੇ ਕੀਤੀ? ਸਿੱਖਾਂ ਨੇ ਕੀਤੀ ਸਾਰੀ। ਉਹ ਭਰਿਆਰੇ ਵਾਲਾ ਸਾਧ ਸੰਗਤ ਜੀ ਕਿੰਨੇ ਸਮੇਂ ਚਪੜਾਸੀ ਦੀ ਡਿਊਟੀ ਨਹਿਰਾਂ ਤੇ ਕਰਦਾ ਰਿਹਾ, ਕੰਢੇ ਕੰਢੇ। ਤੇ ਹੁਣ ਉਹ ਗੁਰੂ ਬਣ ਕੇ ਬੈਠਾ, ਆਪਣੇ ਪੱਗ ਉੱਤੇ ਕਲਗੀ ਲਾਉਂਦਾ। 250-300 ਬੰਦਾ ਉਹਦੀ ਪ੍ਰੋਟੈਕਸ਼ਨ ਵਾਸਤੇ, CRP ਪੰਜਾਬ ਪੁਲਿਸ ਪੰਜਾਬ 'ਚ ਹੀ ਬੈਠਾ ਨਾ। ਦੁਕਾਨ ਚੱਲਦੀ। ਕਿਸੇ ਨੂੰ ਕਹਿ ਲਈਏ ਗੁਰਬਾਣੀ ਦਾ ਆਸਰਾ ਤੇ ਸਾਧ ਸੰਗਤ ਸਿਰਫ ਆਪਾਂ ਸਿੱਖਾਂ ਨੇ ਨਹੀਂ ਅਜੇ ਤੱਕ ਲਿਆ ਸੀ, ਤੇ ਸਾਰੇ ਸੰਸਾਰ ਲਈ ਮਹਾਰਾਜ ਨੇ ਤੇ ਸਾਰੇ ਸੰਸਾਰ ਦੇ ਭਲੇ ਲਈ ਕਿਰਪਾ ਕੀਤੀ ਸੀ। ਪਰ ਵਿਸ਼ੇਸ਼ ਕਰਕੇ ਅਸੀਂ ਜਿਨ੍ਹਾਂ ਨੂੰ ਮਹਾਰਾਜ ਨੇ, ਸਾਧ ਸੰਗਤ ਜੀ ਜਿਨ੍ਹਾਂ ਦੀ ਬਾਂਹ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਨੇ ਫੜਾਈ ਹੈ, ਸਾਨੂੰ ਅਜੇ ਤੱਕ ਸਿੱਖਾਂ ਨੂੰ ਸੋਝੀ ਨਹੀਂ ਆਈ। ਬਾਕੀਆਂ ਨੇ ਕੀ ਲਾਹਾ ਲੈਣਾ ਮਹਾਰਾਜ ਤੋਂ। ਪਰ ਜਿਨ੍ਹਾਂ ਨੂੰ ਸੋਝੀ ਆ ਗਈ, ਉਹ ਕਹਿੰਦੇ ਤੈਸੇ ਤੋਂ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾ ਵਈ। ਗੁਰਬਾਣੀ 'ਚ ਕਿਹੜਾ ਪਦਾਰਥ ਹੈ ਜਿਹੜਾ ਕਹਿੰਦੀ ਮਿਲਦਾ ਨਹੀਂ? ਭਾਈ ਗੁਰਦਾਸ ਜੀ ਦੇ ਬਚਨ ਨੂੰ ਕਹਿੰਦੇ ਹੈ ਤਾਂ ਸਭ ਕੁਝ, ਪਰ ਇਹਦੇ ਵੱਲ ਵੀ ਸਾਧ ਸੰਗਤ ਜੀ ਕੋ ਖੋਜੀ ਬੰਦਾ ਹੀ ਆਉਂਦਾ। ਜਿਹਨੂੰ ਸੋਝੀ ਹੈ ਉਹ ਪ੍ਰਾਪਤ ਕਰ ਲੈਂਦਾ। ਮਹਾਰਾਜ ਦਾ ਸਰੂਪ ਜਿਹੜਾ ਸਮੁੰਦਰ ਦੀ ਨਿਆਈ ਹੈ, ਰਤਨੋ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ। ਜਿਵੇਂ ਸਮੁੰਦਰ ਦਾ ਅੰਤ ਨਹੀਂ, ਇਵੇਂ ਗੁਰੂ ਕੀ ਬਾਣੀ ਦਾ ਵੀ ਕੋਈ ਅੰਤ ਨਹੀਂ। ਗੁਰੂ ਦਾ ਅੰਤ ਨਹੀਂ, ਪਰਮੇਸ਼ਰ ਦਾ ਵੀ ਕੋਈ ਅੰਤ ਨਹੀਂ। ਤੇਰਾ ਅੰਤ ਨਾ ਕਿ ਨਹੀਂ ਰਹੀ ਹੈ, ਤੇਰਾ ਅੰਤ ਪ੍ਰਮਾਤਮਾ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਹੈ। ਰਹਾਉ ਬਸ ਰਾਮ ਦੇ ਕੇ ਕਿਰਪਾ ਕਰਦੇ ਹਨ ਜੀ। ਕੋਟ ਅਪਰਾਧ ਹਮਾਰੇ ਖੰਡ ਹੋ, ਅਨਕ ਵਿਧੀ ਸਮਝਾਵੋ। ਮਹਾਰਾਜ ਕਰੋੜਾਂ ਜਨਮਾਂ ਦੇ ਕੀਤੇ ਹੋਏ ਸਾਡੇ ਪਾਪ ਸਾਰੇ ਖੰਡ ਦਿਓ। ਜਿਸ ਵਿਧੀ ਨਾਲ ਵੀ ਗੱਲ ਸਾਨੂੰ ਸਮਝ ਆ ਸਕੇ, ਉਸੇ ਤਰੀਕੇ ਨਾਲ ਹੀ ਸਮਝਾਵੋ ਜੀ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਮਹਾਰਾਜ ਅਸੀਂ ਅਗਿਆਨੀ ਆ, ਥੋੜੀ ਸਾਡੀ ਮਤ ਹੈ, ਤੁਸੀਂ ਕਿਰਪਾ ਕਰਨੀ ਸਾਡੀ ਔਗਣ ਨਾ ਚਿਤਾਰਨੇ। ਜਿਸ ਤਰ੍ਹਾਂ ਵੀ ਗੱਲ ਸਾਡੀ ਸਮਝ 'ਚ ਆ ਜਾਵੇ, ਉਸੇ ਤਰ੍ਹਾਂ ਹੀ ਕਿਰਪਾ ਕਰ ਦਿਓ। ਹਮ ਅਗਿਆਨ ਅਲਪ ਮਤ। ਆਪਾਂ ਤਾਂ ਪਹਿਲੀ ਗੱਲ ਇਹ ਨਹੀਂ ਮੰਨਣ ਲਈ ਵੀ ਅਸੀਂ ਅਗਿਆਨੀ ਆ, ਬਲਕਿ ਅਸੀਂ ਕਹਿੰਦੇ ਮੇਰੇ ਵਰਗਾ ਸਿਆਣਾ ਕੌਣ ਇੱਥੇ, ਹੋਰ ਮੇਰੇ ਬਰਾਬਰ ਹੈ ਹੀ ਕੋਈ ਨਹੀਂ। ਪਰ ਮਹਾਰਾਜ ਕਹਿੰਦੇ ਇਉਂ ਅਰਦਾਸ ਕਰੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਬਿਰਦ ਰਖਾਵੋ। ਮਹਾਰਾਜ ਤੁਸੀਂ ਆਪਣਾ ਬਿਰਦ ਆਪ ਹੀ ਪਾ ਲਓ। ਅਸੀਂ ਅਗਿਆਨੀ ਆ, ਸਾਡੀ ਮੱਤ ਵੀ ਨਹੀਂ ਹੈ ਚੰਗੀ, ਥੋੜੀ ਮੱਤ ਹੈ ਸਾਡੀ। ਉਵੇਂ ਬਾਹਰੋਂ ਨਿਮਰਤਾ ਵਿਖਾਉਣ ਨੂੰ ਸਾਧ ਸੰਗਤ ਜੀ ਕਈ ਵਾਰੀ ਅਸੀਂ ਕਹਿ ਵੀ ਦਿੰਦੇ ਆ ਵੀ ਮੈਂ ਤਾਂ ਅਗਿਆਨੀ ਆ, ਮੈਨੂੰ ਕਿਹੜਾ ਕੁਝ ਆਉਂਦਾ, ਮੈਨੂੰ ਕੋਈ ਪਤਾ ਨਹੀਂ, ਮੈਂ ਮਨਮੁਖ, ਮੈਂ ਮੂਰਖ। ਪਰ ਅਸਲ ਵਿੱਚ ਸਾਧ ਸੰਗਤ ਜੀ ਇਹ ਐਵੇਂ ਲੋਕਾਂ ਦੀ ਹਮਦਰਦੀ ਵਾਸਤੇ ਹੀ ਬਚਨ ਬੰਦਾ ਕਰਦਾ, ਮੰਨਦਾ ਨਹੀਂ ਅੰਦਰੋਂ ਵੀ ਮੈਂ ਅਗਿਆਨੀ ਆ, ਮੈਂ ਮੂਰਖ ਹਾਂ। ਕਿਉਂ? ਉਵੇਂ ਆਪ ਤਾਂ ਆਪਣੇ ਆਪ ਨੂੰ ਕਹਿ ਲਏਗਾ,
ਨਿਮਰਤਾ ਵਿਖਾਉਣ ਲਈ। ਪਰ ਜੇ ਇਹੋ ਗੱਲ ਕੋਈ ਦੂਜਾ ਕਹਿ ਦੇ ਭਈ ਅਗਿਆਨੀ ਆ, ਮੂਰਖਾ, ਤੈਨੂੰ ਤੇ ਆਉਂਦਾ ਹੀ ਕੱਖ ਨਹੀਂ, ਤੇ ਸਾਧ ਸੰਗਤ ਜੀ ਉਹਦਾ ਸਿਰ ਪਾੜਨ ਤੱਕ ਜਾਂਦਾ ਬੰਦਾ ਵੀ ਤੂੰ ਵੱਡਾ ਸਿਆਣਾ ਮੈਨੂੰ ਮੂਰਖ ਕਹਿਣਾ। ਮੰਨਦਾ ਕੋਈ ਇਸ ਗੱਲ ਨੂੰ ਵੀ ਮੈਂ ਮੂਰਖਾਂ, ਮੈਂ ਅਗਿਆਨੀ ਆ? ਮਹਾਰਾਜ ਕਹਿੰਦੇ ਮੰਨ ਕੇ ਗਲ 'ਚ ਪੱਲਾ ਪਾ ਕੇ ਅਰਦਾਸ ਬੇਨਤੀ ਕਰੋ। ਹਮ ਅਗਿਆਨ ਅਲਪ ਮਤ ਥੋੜੀ, ਮੇਰੀ ਮਹਾਰਾਜ ਮਤ ਥੋੜੀ ਆ, ਮੈਨੂੰ ਕਿੱਥੇ ਅਕਲ ਹੈ, ਮੈਂ ਤੇ ਅਗਿਆਨੀ ਆ। ਦੋਵੇਂ ਆਪਣਾ ਬਿਰਦ ਰਖਾਵੋ, ਤੁਸੀਂ ਕਿਰਪਾ ਕਰੋ ਆਪਣੇ ਬਿਰਦ ਦੀ ਆਪ ਪਾਲਣਾ ਕਰੋ ਜੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਮਹਾਰਾਜ ਤੁਹਾਡੀ ਸ਼ਰਨ ਵਿੱਚ ਆਇਆ ਤੇ ਆਸ ਵੀ ਤੁਹਾਡੀ ਹੈ, ਫਿਰ ਤੁਸੀਂ ਸੁੱਖ ਦੇਣ ਵਾਲੇ ਸੱਜਣ ਹੋ ਜੀ। ਰਾਖੋ ਰਾਖਨਹਾਰ ਦਿਆਲਾ, ਨਾਨਕ ਕਰਕੇ ਗੋਲੇ। ਸ਼ਬਦ ਦੀ ਸਮਾਪਤੀ ਤੇ ਮਹਾਰਾਜ ਕਿਰਪਾ ਕਰਦੇ। ਮਹਾਰਾਜ ਤੁਸੀਂ ਰਖਵਾਲੇ ਸਰੂਪ ਜੇ, ਰੱਖਣ ਵਾਲੇ ਹੋ ਕੇ ਸਾਡੀ ਰੱਖਿਆ ਕਰੋ, ਕਿਉਂਕਿ ਅਸੀਂ ਤੁਹਾਡੇ ਘਰ ਦੇ ਗੁਲਾਮ ਬਣ ਗਏ। ਹੁਣ ਜਦੋਂ ਹੈ ਹੀ ਤੁਹਾਡੇ ਦਰ ਦੇ ਗੁਲਾਮ, ਅਸੀਂ ਕਿੱਥੇ ਜਾਵਾਂਗੇ? ਕਿ ਅਸੀਂ ਕੋਈ ਮੱਝ ਨਮਾਣੀ ਇੱਕ ਤੋਂ। ਮਹਾਰਾਜ ਜਦੋਂ ਸਾਨੂੰ ਆਸਰਾ ਹੀ ਤੁਹਾਡਾ, ਫਿਰ ਇਸ ਕਰਕੇ ਅਸੀਂ ਕਿਤੇ ਨਹੀਂ ਜਾ ਸਕਦੇ, ਸਾਡੀ ਰੱਖਿਆ ਕਰੋ। ਇਹ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਹੁਕਮਨਾਮੇ ਦੇ ਰੂਪ ਵਿੱਚ। ਬਹੁਤ ਸਾਰੀਆਂ ਭੁੱਲਾਂ ਵਿਚਾਰਾਂ ਕਰਦੇ ਹੁੰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।